ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗਣ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਗੁਰੂ ਸਵਾਰੇ ਤੋਂ ਆਪ ਜੀ ਸਰਵਣ ਕਰ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਥ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪੰਜਵਾਂ। ਔਖੇ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਤਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 682 ਦੇ ਉੱਤੇ ਸਬਾਇਮਾਨ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। ਸਾਨੂੰ ਉਪਦੇਸ਼ ਦਿੰਦਿਆਂ ਹੋਇਆਂ ਇੱਕ ਗੱਲ ਦ੍ਰਿੜ ਕਰਵਾਈ ਹੈ। ਉਹ ਰਹਾਉ ਦੀਆਂ ਪੰਕਤੀਆਂ ਵਿੱਚ ਜੋ ਪਾਵਨ ਬਚਨ ਕਹੇ ਨੇ, ਪ੍ਰਭ ਸਿਉ ਲਾਗ ਰਹਿਓ ਮੇਰੇ ਚੀਤ, ਕਿ ਜਦੋਂ ਸਾਡਾ ਚਿੱਤ ਉਸ ਪ੍ਰਭੂ ਚਰਨਾਂ ਦੇ ਵਿੱਚ ਲੱਗ ਜਾਏ ਤੇ ਫਿਰ ਪਰਮੇਸ਼ਰ ਦਾ ਬਿਰਧ ਹੈ ਕਿ ਉਹ ਕਦੇ ਵੀ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਔਖੇ ਘੜੀ ਵੇਖਣ ਨਹੀਂ ਦਿੰਦਾ। ਹੁਣ ਇਹ ਸ਼ਬਦ ਆਪਾਂ ਪੜ੍ਹਦੇ ਜ਼ਰੂਰ ਹਾਂ, ਔਖੇ ਘੜੀ ਨਾ ਦੇਖਣ ਦੇਈ ਬਿੰਦੀ ਨਹੀਂ ਲਾਉਣੀ, ਨਾਸਕਾ ਜੀ ਨਹੀਂ ਬੋਲਣਾ। ਜੇ ਔਖੇ ਘੜੀ ਨਾ ਦੇਖਣ ਦੇਈ ਬੋਲਾਂਗੇ ਤੇ ਇਹਦਾ ਭਾਵ ਅਰਥ ਹੋ ਜਾਏਗਾ ਸਾਡੀ ਅਰਦਾਸ ਹੈ ਕਿ ਸਾਨੂੰ ਔਖੀ ਘੜੀ ਨਾ ਵੇਖਣ ਦੇਈ। ਪਰ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ, ਉਹ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਔਖੇ ਘੜੀ ਨਾ ਦੇਖਣ ਦੇਈ, ਆਪਣੇ ਭਗਤਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਪਰ ਰਹਾਉ ਦੇ ਪੰਕਤੀ ਨਾਲ ਜ਼ਰੂਰ ਚੇਤੇ ਰੱਖਣੀ, ਕਿਹਨਾਂ ਨੂੰ ਨਹੀਂ ਵੇਖਣ ਦਿੰਦਾ ਕਿ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਜਦੋਂ ਸਾਡਾ ਚਿੱਤ ਪ੍ਰਭੂ ਚਰਨਾਂ ਵਿੱਚ ਲੱਗਿਆ ਹੋਏਗਾ। ਹੁਣ ਸਤਿਗੁਰੂ ਦੇ ਪਾਵਨ ਬਚਨ ਪੜ੍ਹ ਕੇ ਬਹੁਤ ਸਾਰੇ ਤਰਕ ਕਰਦੇ ਵੀ ਨੇ ਕਿ ਦੇਖੋ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਭਗਤ ਪ੍ਰਹਿਲਾਦ ਨੂੰ ਕਿੱਥੋਂ ਕਿੱਥੋਂ ਨਹੀਂ ਬਚਾਇਆ, ਕਿੰਨੇ ਕੁ ਦੁਸ਼ਮਣ ਔਰ ਕਿੰਨਾ ਕੁ ਯਤਨ ਕੀਤਾ ਮਾਰਨ ਦਾ, ਪਰ ਉਹ ਹੱਥ ਦੇ ਕੇ ਆਪਣੇ ਨੂੰ ਰੱਖ ਲਿਆ, ਧਰੂ ਨੂੰ ਬਚਾ ਲਿਆ। ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਜਦੋਂ ਬੰਨ੍ਹ ਕੇ ਸੁੱਟਦੇ ਨੇ, ਉੱਥੋਂ ਬਚਾ ਲਿਆ। ਜੇ ਭਗਤਾਂ ਨੂੰ ਬੰਨ੍ਹ ਕੇ ਗੰਗਾ ਦੇ ਵਿੱਚ ਸੁੱਟਦੇ ਨੇ, ਉੱਥੋਂ ਬਚਾ ਲੈਂਦੇ ਨੇ। ਪਰ ਇਹ ਜੀਵਨ ਹੈ, ਜੀਵਨ ਦੇ ਵਿੱਚ ਜਿਹੜਾ ਸਰੀਰਕ ਜੀਵਨ ਹੈ, ਜਨਮ ਤੋਂ ਲੈ ਕੇ ਮੌਤ ਤੱਕ ਕਦੇ ਨਾ ਕਦੇ, ਕਿਸੇ ਨਾ ਕਿਸੇ ਵੇਲੇ ਔਖਾ ਸਮਾਂ ਤੇ ਆਈ ਜਾਂਦਾ ਹੈ। ਜੇ ਉਹਨਾਂ ਨੂੰ ਬਚਾ ਲਿਆ ਤੇ ਗੁਰੂ ਕੇ ਸਿੱਖ ਤੇ ਆਰਿਆਂ ਦੇ ਨਾਲ ਚਿਰੇ ਗਏ ਦੋ ਫਾੜ ਹੋ ਗਏ। ਉੱਥੇ ਔਖੀ ਘੜੀ ਵੇਖਣ ਦਿੱਤੀ ਕਿ ਉੱਥੇ ਹੱਥ ਦੇ ਕੇ ਬਚਾਇਆ ਨਹੀਂ।
ਗੁਰੂ ਕੇ ਸਿੱਖ ਦੇਗਾਂ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤੇ ਗਏ, ਰੂਹ ਦੇ ਵਿੱਚ ਬੰਨ੍ਹ ਕੇ ਜਿਉਂਦੇ ਸਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਪਾਵਨ ਵਚਨ ਹੈ, ਆਪ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਸਿਰ 'ਚ ਪਾ ਕੇ ਉਬਲਦੀ ਹੋਈ ਦੇਗ 'ਚ ਬਿਠਾ ਕੇ ਸ਼ਹੀਦ ਕੀਤਾ ਗਿਆ। ਫਿਰ ਕੀ ਕਹਾਂਗੇ ਕਿ ਇਹ ਔਖੀ ਘੜੀ ਨਹੀਂ, ਅਸਲ ਵਿੱਚ ਔਖੀ ਘੜੀ ਇਹ ਸਰੀਰਕ ਤੌਰ ਤੇ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਇੱਥੇ ਨਾ ਸਰੀਰ ਦੀ ਗੱਲ ਕੀਤੀ ਤੇ ਨਾ ਮਨ ਦੀ। ਇਹਦਾ ਭਾਵ ਕਿ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ, ਚਾਹੇ ਸਰੀਰਕ ਤੌਰ ਤੇ ਹੋਏ ਚਾਹੇ ਮਾਨਸਿਕ ਤੌਰ ਤੇ ਹੋਏ। ਹੁਣ ਕਿਵੇਂ? ਕਿਉਂਕਿ ਜਿਨ੍ਹਾਂ ਦਾ ਚਿੱਤ ਪ੍ਰਭੂ ਚਰਨਾਂ ਦੇ ਵਿੱਚ ਲੱਗਿਆ ਹੈ ਨਾ, ਉਹਦੇ ਅਰਦਾਸ ਇੱਕੋ ਕਰਦੇ ਨੇ ਕਿ ਜੇ ਸੁਖ ਦੇਹ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਤੇ ਆਈ। ਫਿਰ ਔਖੀ ਘੜੀ ਕਿੱਥੋਂ ਆ ਜਾਏਗੀ ਜੀ? ਉਹ ਜਿਹੜੇ ਦੁੱਖ ਨੂੰ ਵੀ ਕਹਿੰਦੇ ਨੇ ਦੁੱਖ ਦੇ ਜਿੰਨਾ ਮਰਜ਼ੀ ਰੱਜ ਕੇ ਦੇ, ਅਸੀਂ ਦੁੱਖ ਨੂੰ ਵੀ ਸੁੱਖ ਕਰਕੇ ਹੰਡਾ ਜਾਣਾ ਹੈ। ਫਿਰ ਉਹਨਾਂ ਦੇ ਨੇੜੇ ਔਖੀ ਘੜੀ ਕਿੱਥੋਂ ਆਏਗੀ? ਔਰ ਜਿਹੜੇ ਅਰਦਾਸ ਬੇਨਤੀ ਕਰਕੇ ਆਪ ਕਹਿੰਦੇ ਹੁਣ ਭਗਤ ਜੀ ਕਿ ਜੋ ਰਾਜ ਦੇਹ ਤਾਂ ਕਵਣ ਵਡਾਈ, ਕਿ ਰੱਬ ਜੀ ਜੇ ਤੂੰ ਮੈਨੂੰ ਰਾਜ ਗੱਦੀ ਤੇ ਬਿਠਾ ਦੇ, ਸਰੀਰ ਨਹੀਂ ਬੈਠਣਾ ਹੈ, ਤੇ ਫਿਰ ਕਿਹੜਾ ਮੇਰੀ ਬਹੁਤੀ ਵਡਿਆਈ ਹੋ ਜਾਣੀ ਹੈ। ਜੋ ਭੀਖ ਮੰਗਾਵੇ ਤਿਆਗ ਕਿਆ ਘਟ ਜਾਈ। ਜੇ ਤੂੰ ਹੱਥ ਵਿੱਚ ਠੂਠਾ ਫੜਾ ਕੇ ਘਰ ਘਰ ਮੰਗਣ ਵੀ ਲਾ ਦੇਗਾ ਤਾਂ ਮੇਰਾ ਕੀ ਘਟਣਾ ਹੈ। ਹੁਣ ਇਵੇਂ ਦੀ ਅਵਸਥਾ ਜਿਨ੍ਹਾਂ ਦੇ ਬਣੇ ਸੱਚ ਜਾਣੇ, ਜਿਨ੍ਹਾਂ ਦਾ ਚਿੱਤ ਲੱਗਿਆ ਬਣੇਗੀ ਤੇ ਉਹਨਾਂ ਦੀ ਇਵੇਂ ਦੀ ਅਵਸਥਾ ਬਣੇ ਵਾਲਿਆਂ ਨੂੰ ਕਦੇ ਵੀ ਔਖੀ ਘੜੀ ਵੇਖਣ ਦਿੰਦਾ ਨਹੀਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਉਹਦਾ ਬਿਰਦ ਉਹਦਾ ਸੁਭਾਅ ਐਸਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ, ਉਹਦੇ ਵਿੱਚ 4 ਉਦਾਹਰਨਾਂ ਦਿੱਤੀਆਂ ਕਿ 4 ਸਵੇਰੇ ਬੰਦੇ ਦੇ ਦੁਸ਼ਮਣ ਹੋਣ, ਔਰ ਦੁਸ਼ਮਣਾਂ ਦਾ ਘੇਰਾ ਇੰਨਾ ਹੋਵੇ ਕਿ ਇਕੱਲਾ ਬੰਦਾ ਹੋਵੇ ਮੁਸੀਬਤ ਵਿੱਚ ਫਸਿਆ ਹੋਇਆ। ਔਰ ਇੱਕ ਬੇਨਤੀ ਹੋਰ ਕਰਾਂ ਕਿ ਜਦੋਂ ਇਕੱਲਾ ਹੋਵੇ ਨਾ ਇਕਾਂਤ ਵਿੱਚ, ਔਰ ਚਾਰੇ ਪਾਸੇ ਦੁੱਖ ਦਿਸਦੇ ਹੋ, ਬਹੁਤੇ ਵਾਰੀ ਬੰਦਾ ਉਦੋਂ ਰੱਬ ਨੂੰ ਚੇਤੇ ਕਰ ਲੈਂਦਾ ਹੈ ਕਿ ਰੱਬਾ ਹੁਣ ਤੇਰੇ ਤੋਂ ਬਿਨਾਂ ਕੋਈ ਨਹੀਂ। ਕਿਉਂਕਿ ਜਦੋਂ ਭੀੜ 4 ਸਪੇਰੇ ਲੱਗੇ ਹੋਵੇ, ਧੀਆਂ ਦੀ, ਪੁੱਤਰਾਂ ਦੀ, ਭੈਣ ਭਰਾ, ਰਿਸ਼ਤੇਦਾਰ, ਮੇਰਾ ਫਲਾਣਾ ਕੁੜਮੁਰੀ ਮੰਤਰੀ ਹੈ, ਕਿਹੜਾ ਵੇਖ ਜਾਏਗਾ। ਉਦੋਂ ਬਹੁਤੇ ਵਾਰੀ ਰੱਬ ਚੇਤੇ ਆਉਂਦਾ ਨਹੀਂ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਹੁੰਦਾ ਤੇ ਬਿਰਧ ਹੀ ਐਸਾ ਹੈ, ਕੇਵਲ ਜਪਣ ਵਾਲਿਆਂ ਨੂੰ ਨਹੀਂ, ਜਿਹੜੇ ਪਾਪੀ ਨੇ, ਪਾਪ ਵੀ ਕਰਦੇ ਨੇ, ਇੱਥੋਂ ਤੱਕ ਜਿਹੜੇ ਰੱਬ ਨੂੰ ਗਾਲਾਂ ਵੀ ਦਿੰਦੇ ਨੇ, ਜਦੋਂ ਉਹਨੇ ਰੋਜੀ ਦੇਣੀ ਹੈ ਫਿਰ ਉਹਨਾਂ ਦੋਖਾਂ ਨੂੰ ਵੇਖ ਕੇ ਉਹ ਦੋਖ ਨਜ਼ਰ ਅੰਦਾਜ਼ ਕਰਕੇ ਉਹ ਰੋਜੀ ਫਿਰ ਵੀ ਦਿੰਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਸਵਈਆਂ ਦੇ ਵਿੱਚ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਅਵਗੁਣਾਂ ਨੂੰ ਵੇਖ ਵੀ ਰਿਹਾ ਹੈ, ਜਾਣਦਾ ਵੀ ਹੈ, ਪਰ ਉਹ ਨਿਰਵੈਰ ਹੈ ਨਾ, ਫਿਰ ਵੀ ਦਿੰਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਅੱਜ ਬਚਨ ਕਿਹਾ, ਔਖੀ ਘੜੀ ਨਾ ਦੇਖਣ ਦੀ, ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ। ਕਹਿੰਦੇ 4 ਸਪੇਰੇ ਦੁਸ਼ਮਣ ਹੋਣ, ਜਾ ਕੋ ਮੁਸ਼ਕਲ ਅਤ ਬਣੈ। ਔਰ ਪਹਿਲੋਂ ਬੇਨਤੀ ਕੀਤੀ ਕਿ ਜੇ ਜੀਵਨ ਹੈ ਤੇ ਜੀਵਨ ਵਿੱਚ ਮੁਸ਼ਕਲਾਂ ਆਉਣੀਆਂ ਨੇ, ਬਾਰ-ਬਾਰ ਆਉਣੀਆਂ ਨੇ। ਬਸ ਜਿਹੜਾ ਜੁੜਿਆ ਹੋਇਆ ਉਹ ਮੁਸ਼ਕਲਾਂ ਦਾ ਮੁਕਾਬਲਾ ਕਰਨਾ ਜਾਣਦਾ, ਉਹਨੂੰ ਭਰੋਸਾ ਹੈ, ਉਹ ਤਾਂ ਦੁੱਖ ਸੁੱਖ ਦੀ ਪਰਵਾਹ ਕਰਦਾ ਹੀ ਨਹੀਂ। ਉਹਦੇ ਧੰਨ ਗੁਰੂ ਅਰਜਨ ਦੇਵ ਦੇ ਬਚਨਾਂ ਨੂੰ ਹਰ ਵੇਲੇ ਯਾਦ ਰੱਖਦਾ ਹੈ ਕਿ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਤੇ ਇਵੇਂ ਦੀ ਅਵਸਥਾ ਜਿਹਦੀ ਬਣੀ ਹੋਵੇ, ਫਿਰ ਔਖੀ ਘੜੀ ਕਿਵੇਂ ਆਏਗੀ? ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਨੇ ਔਖੀ ਘੜੀ ਕਿਤੇ ਆ ਜਾਏ। 5ਵੇਂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ,
ਢੋਏ ਕੋਏ ਨਾ ਦੇ, ਆਸਰਾ ਕੋਈ ਨਾ ਦਵੇ, ਮਦਦਗਾਰ ਕੋਈ ਨਾ ਹੋਵੇ। ਔਰ ਕਹਿੰਦੇ ਨੇ ਲਾਗੂ ਹੋਏ ਦੁਸ਼ਮਣਾ, ਦੁਸ਼ਮਣ ਤੇ ਵੈਰੀ ਹੋਈ ਗਏ, ਮਾਰਨ ਤੇ ਤੁਲ ਗਏ। ਸਾਕ ਪੇ ਭੱਜ ਖੜੇ, ਜਿੰਨੇ ਰਿਸ਼ਤੇਦਾਰ ਸਨ ਉਹ ਵੀ ਹੱਥ ਖੜੇ ਕਰ ਗਏ ਕਿ ਇਹਨਾਂ ਦੇ ਨਾਲ, ਇਹਨਾਂ ਦੇ ਵਿੱਚ ਆ ਕੇ ਅਸੀਂ ਮਰ ਜਾਵਾਂਗੇ, ਸਾਡੇ ਵੱਸ ਦੇ ਕੋਈ ਨਹੀਂ, ਮਾਰ ਦੇ ਮਾਰਨ। ਇਵੇਂ ਦੀ ਹਾਲਤ ਵੀ ਹੋ ਜੀ। ਕਹਿੰਦੇ ਜਾਕੋ ਦੁਸ਼ਮਣ ਬਹੁਤ, ਜਾਕੋ ਮੁਸ਼ਕਲ ਬਹੁਤ ਬਣੈ, ਢੋਏ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਪੇ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਉਦੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੇ ਵਾਓ। ਔਖੇ ਘੜੀ ਨਾ ਦੇਖਣ ਦੇਈ, ਤਾਂ ਨਹੀਂ ਦੇਖਣ ਦਿੰਦਾ ਜੇ ਚੇਤੇ ਆ ਜੇ। ਜੇ ਉਹਦਾ ਚੇਤੇ ਹੀ ਨਹੀਂ ਜਿਹਨੇ ਪੈਦਾ ਕੀਤਾ, ਤੇ ਸ਼ਬਦ ਅਸੀਂ ਫਿਰ ਵੀ ਇਹ ਪੜ੍ਹੀ ਜਾਈਏ ਕਿ ਸਾਡੇ ਤੇ ਮੁਸੀਬਤ ਆਈ ਨਾ ਹੀ ਆਵੇ। ਔਰ ਗੁਰੂ ਸਾਹਿਬ ਜੀ ਤਾਂ ਗਰੰਟੀ ਦਿੰਦੇ ਨਹੀਂ, ਆਉਂਦੀ ਨਹੀਂ, ਪਰ ਉਹ ਚੇਤੇ ਵਿੱਚ ਤੇ ਹੋਵੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਜੇ ਜਿੰਦਾ ਕੋਈ ਦੁਸ਼ਮਣ ਨਾ ਹੋਵੇ ਸੰਸਾਰ ਦੇ ਵਿੱਚ, ਬਾਹਰੀ ਤੌਰ ਤੇ, ਸਰੀਰਕ ਤੌਰ ਤੇ, ਪਰ ਮੁਸ਼ਕਲ ਤਾਂ ਉਹਨਾਂ ਨੂੰ ਵੀ ਆ ਜਾਂਦੀ ਹੈ ਨਾ ਜੀ। ਅੱਜ ਤੱਕ ਜਿਹਨੇ ਕਿਸੇ ਨੂੰ ਗਾਲ ਨਾ ਕੱਢੀ ਹੋਵੇ, ਕਿਸੇ ਨਾਲ ਝਗੜਾ ਨਾ ਕੀਤਾ ਹੋਵੇ, ਆਂਢੇ ਗੁਆਂਢੇ ਕੀ ਦੁਨੀਆ ਵਿੱਚ ਕੋਈ ਦੁਸ਼ਮਣ ਨਾ ਹੋਵੇ, ਪਰ ਮੁਸ਼ਕਲ ਸਮਾਂ ਤੇ ਕਦੇ ਉਹਨਾਂ ਤੇ ਵੀ ਆ ਹੀ ਜਾਂਦਾ ਹੈ। ਉਹ ਭਾਵੇਂ ਸਰੀਰ ਤੇ ਕੋਈ ਬਿਮਾਰੀ ਆ ਜਾਏ, ਭਾਵੇਂ ਰੁਪਈਏ ਪੈਸੇ ਵੱਲੋਂ ਕਮਜ਼ੋਰੀ ਆ ਜਾਏ, ਸਰੀਰ ਕਰਕੇ ਕਮਜ਼ੋਰੀ ਆ ਜਾਏ। ਔਰ ਸਤਿਗੁਰੂ ਜੀ ਕਹਿੰਦੇ ਨੇ, ਜੇ ਉਵੇਂ ਦੇ ਹਾਲਤ ਵਿੱਚ ਵੀ ਕਿਤੇ ਰੱਬ ਚਿੱਤੇ ਆ ਜਾਏ ਨਾ, ਉਹ ਫਿਰ ਉਹ ਵੀ ਔਖੀ ਘੜੀ ਕਦੇ ਨਹੀਂ ਵੇਖਣ ਦਿੰਦਾ। ਗੁਰੂ ਸਾਹਿਬ ਦਾ ਪਾਵਨ ਬਚਨ ਅਗਲਾ ਹੈ, ਕਹਿੰਦੇ ਜੇ ਕੋ ਹੋਵੇ ਦੁਬਲਾ, ਦੁਬਲਾ ਕਮਜ਼ੋਰ। ਹੁਣ ਕਮਜ਼ੋਰ ਸਰੀਰ ਕਰਕੇ ਵੀ ਹੋ ਸਕਦਾ ਹੈ, ਆਰਥਿਕ ਤੌਰ ਤੇ ਵੀ ਹੋ ਸਕਦਾ ਹੈ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੇ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। 1 ਰੁਪਈਆ ਪੱਲੇ 'ਚ ਨਾ ਹੋਵੇ, ਔਰ ਹੌਸਲਾ ਦੇਣ ਵਾਲਾ ਵੀ ਕੋਈ ਨਾ ਹੋਵੇ ਕਿ ਕੋਈ ਗੱਲ ਨਹੀਂ, ਤੇਰੇ ਤੇ ਮੁਸ਼ਕਲ ਆ ਗਈ, ਤੇਰੀ ਮਦਦ ਕਰਾਂਗੇ। ਸਗੋਂ ਵੇਖ ਕੇ ਦੂਰੋਂ ਭੱਜ ਜਾਂਦੇ ਹੋ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਚਿਤ ਆਵੈ ਉਸ ਪਾਰ ਬ੍ਰਹਮ। ਉੱਥੇ ਅਗਲਾ ਪਾਵਨ ਬਚਨ ਕਿਹਾ, ਕਹਿੰਦੇ ਸਵਾਰਥ ਸਵਾਉ ਨਾ ਕੋ ਕਰੈ, ਨੈ ਕਿਛ ਹੋਵੈ ਕਾਜ ਕੰਮ ਕਢਾਉਣਾ ਜੀ। ਸਵਾਰਥ ਪੂਰਾ ਕੋਈ ਨਹੀਂ ਕਰਦਾ, ਔਰ ਲੋਕ ਕਿਤੇ ਨਾ ਕਿਸੇ ਹੱਦ ਤੱਕ ਸੱਚੇ ਵੀ ਹੋਣਗੇ ਕਿ ਜਿੰਦੇ ਕੋਲ ਇੰਨੀ ਨੰਗ ਭੁੱਖ ਹੈ, ਅੱਜ ਜੇ 5-10 ਹਜ਼ਾਰ ਰੁਪਇਆ ਦੇ ਦਿੱਤਾ, ਵਾਪਸ ਕਿੱਥੋਂ ਕਰੇਗਾ। ਔਰ ਸਤਿਗੁਰੂ ਕਹਿੰਦੇ ਨੇ, ਕੋਈ ਕਾਰਜ ਪੂਰਾ ਨਾ ਹੁੰਦਾ ਹੋਵੇ, ਕੋਈ ਕਰਨ ਦੇ ਰਾਜੇ ਵੀ ਨਾ ਹੁੰਦਾ ਹੋਵੇ, ਉਦੋਂ ਵੀ ਤੂੰ ਚੇਤੇ ਕਰ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਸ਼ਚਲ ਹੋਵੈ ਰਾਜ। ਕਿਉਂਕਿ ਉਹਦੇ ਘਰ ਵਿੱਚ ਸਭ ਕੁਝ ਹੈ। ਇਵੇਂ ਦੀ ਹਾਲਤ ਹੋਵੇ ਤੇ ਇਵੇਂ ਦੇ ਹਾਲਤ ਵਾਲੇ ਨੂੰ ਵੀ ਜਦੋਂ ਹੱਥ ਦੇ ਕੇ ਰੱਖਦਾ, ਉਹਨੂੰ ਉਹਦਾ ਨਿਸ਼ਚਲ ਰਾਜ ਪੈਦਾ ਕਰ ਦਿੰਦਾ ਹੈ, ਸਦਾ ਟਿਕਿਆ ਰਹਿਣ ਵਾਲਾ। ਜਿਹੜਾ ਇੰਨਾ ਕਮਜ਼ੋਰ ਕਿ ਇੱਕ ਦਮੜਾ ਪੱਲੇ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਰਾਜ ਚੇਤੇ ਆ ਜਾਏ, ਨਾਮ ਚੇਤੇ ਆ ਜਾਏ, ਤੇ ਸਿਮਰਨ ਤੋਂ ਵੱਧ ਕੇ ਹੋਰ ਰਾਜ ਹੈ ਕਿਹੜਾ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਅਗਲਾ ਫਿਰ ਕੀਤਾ ਕਿ ਜਿਹਦੇ ਕੋਲ ਰੁਪਈਆ ਪੈਸਾ ਵੀ ਬਥੇਰਾ ਹੋਵੇ, ਬਾਹਰ ਦੇ ਦੁਸ਼ਮਣ ਵੀ ਭਾਵੇਂ ਕੋਈ ਨਾ ਹੋਵੇ, ਪਰ ਘਰ ਦੇ ਵਿੱਚ ਕਲੇਸ਼ ਰੋਜ਼ ਹੀ ਹੁੰਦਾ ਹੋਵੇ। ਔਰ ਇਵੇਂ ਦੇ ਘਰ ਬਹੁਤੇ ਵੇਖੇ ਨੇ, ਰੁਪਈਏ ਦੀ ਕਮੀ ਕੋਈ ਨਹੀਂ, ਪਰ ਕਲੇਸ਼ ਰੋਜ਼ ਹੀ ਬਹੁਤ ਹੈ। ਪਿਓ ਪੁੱਤਰ ਨੂੰ ਵੇਖ ਕੇ ਰਾਜੀ ਨਹੀਂ, ਪੁੱਤ ਮਾਂ ਨੂੰ ਵੇਖ ਕੇ ਰਾਜੀ ਨਹੀਂ। ਧੀ ਮਾਂ ਤੋਂ ਦੁਖੀ ਹੈ, ਮਾਂ ਧੀ ਤੋਂ ਦੁਖੀ ਹੈ। ਹਰ ਵੇਲੇ ਕਾਟੋ ਕਲੇਸ਼। ਔਰ ਜਦੋਂ ਇਵੇਂ ਦੇ ਘਰ ਦੇ ਵਿੱਚ ਫਿਰ ਕਲੇਸ਼ ਬਣੇ, ਉਹ ਕਲੇਸ਼ ਆਪ ਜੀ ਜਾਣਦੇ ਹੋ ਕਿ ਉਹ ਮਾਨਸਿਕ ਜਿਹੜੇ ਰੋਗ ਨੇ ਉਹਨਾਂ ਨੂੰ ਪੈਦਾ ਕਰਦੇ ਨੇ।
डिप्रैशन किया जाता है, चले जाते हैं। और केवल मानसिक नहीं, उतों के सरीरक रोग भी पैदा होते हैं। हुण सतगुरु जी कहते ने इवें दी हालत भी होवे, बड़ी वड्डी मुश्किल है भी जी, घर में कलेश हो गए, सारे डिप्रैशन च चले जाना। इवें दे हालत विच भी किते रब चित्ते आ जाए ना, गुरु साहब जी कहते ने सच जाने उनका सुभाए सब बस तेरे चेते विच आ जाए कि प्रभ स्यो लाग रहो मेरा चेत, फिर वो उवें दी औखी घड़ी भी कदे नहीं वेखण दिंदा। उत्थे सतगुरु का पावन वचन है, कहते जाको चिंता बहुत बहुत देह व्यापै रोग, गृहस्थ कुटुंब पलेटिया, घर गृहस्थी के झगड़ियां दे विच फसिया होया। गृहस्थ कुटुंब पलेटिया, कदे हरख कदे सोग, गौण करे चौकुंट का, घड़े ना बैसन सोए। सुख का एक पल भी किते परिवार विच मिल के बैठण का मिले ना, नसीब ही ना होवे, इन्ना झगड़ा, इन्नी भज नट। और गुरु साहब जी कहते हैं उत्थे भी चेते आवे उस पार ब्रह्म, तन मन शीतल होए। तन भी शीतल हो जाएगा, मन भी शीतल हो जाएगा, घर का लड़ाई झगड़ा भी खत्म हो जाएगा। पर शर्त गुरु साहब ने रखी को चेते आवे। अज पावन बचन क्या औखी घड़ी नहीं देखण दिंदा, पर उदों जदों प्रभ स्यों लाग रहे हो मेरा चीत, और चित लगा होवे अर्ज कीती सी, फिर दुख आ जाए, दुख दुखी नहीं कर सकता, क्योंकि वो दुख नूं दुख करके मनदा ही नहीं, वो दुख सुख नूं बराबर करके मनदा कि दुख सुख दोए दर कपड़े पहरे जाए मनुख। हुण ये तो जे दुख आ गया कोई गल नहीं, तेरी कृपा दे नाल ये भी दात है। हुण अगला पावन बचन किया, हाथ दे राखे अपने को, सास सास प्रतिपाले, जिन्होंने वो अपना बना लेंदा है जां जो उसदे बन जाते हैं, अपनिਆਂ ਨੂੰ फिर वो आप हाथ दे के रखता है। किवें रखता है जी? सतगुरु धन गुरु अर्जन देव सच्चे पातशाह ने एक पावन वचन किया है, और साडे शरीर दे विचों सानूं समझाया कि देखो ये दंद ने 32, ये दंद इन्ने सख्त ने कि इन्हां नाल बंदा बदाम ते अखरोट भी तोड़ जाता है। पर इन्हां दे विच एक जीभ है जिंदे च हड्डी भी कोई नहीं, कोमल जिहा मास का टुकड़े है ना जी। और सतगुरु जी ने कृपा की, जिवें इन्हां 32 दंदां दे विच इस जीभ नूं रब हर वेले बचा के रखता है। और देखो कुछ बोल साडे ऐसे ने जिवें तत्ता थत्था, ये बोले ही नहीं जाते जदों तक दंदां दे नाल जीभ लगे ना। पर सतगुरु जी ने उदाहरण दी, उत्थे भी जीभ नूं बचा के जिवें रखिया, दुश्मन भावें 4 सवेरे हो। और सतगुरु धन गुरु कलगीधर पातशाह जी ने तो पावन बचन भी कहे ने, पर रोज पढ़ते भी हाँ कि किवें बचा के रखता है। चौपई साहिब दे विच पढ़दे, एक बार जिन तुम्हें संभारा, प्रभ स्यो लाग रहो मेरा चीत, जिन्हें एक बार तेरे नाम की संभाल कर ली। कहते एक बार जिन तुम्हें संभारा, काल फास्ते ताहे उबारा। हुण काल की मौत फास फाही, ये मौत की फाही जमा की फाही जिहड़ी गल च पई सी, इहदे तो भी बचा लिया जदों तू उहनूं चेते कीता। और सतगुरु जी ने कृपा करके सानूं समझाया कि एक बार जिन तुम्हें संभारा, काल फास्ते ताहे उबारा, नाल अगे कृपा की, जिन नर नाम तहारू कहा, जिन्हें तेरे नाम नूं जपिया, प्रभ स्यो लाग रहो मेरा चीत। जिन नर नाम तहारू कहा, दारद दुष्ट दोखते रहा। वो दलिद्रा तो दुखा तो रोगा तो बच गया जिन्हें तेरे नाम नूं चेते रखिया, प्रभ स्यो लाग रहो मेरा चीत।
ਔਰ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਚਿੱਤ ਲੱਗਾ ਹੋਵੇ ਨਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਔਰ ਕੇਵਲ ਕਹੇ ਨਹੀਂ, ਸਰੀਰ ਦੇ ਉੱਤੇ ਹੰਡਾਏ ਵੀ, ਹੰਡਾ ਕੇ ਫਿਰ ਸਾਨੂੰ ਦੱਸਿਆ ਕਿ ਜਿਨ੍ਹਾਂ ਦਾ ਚਿੱਤ ਲੱਗਾ ਹੋਵੇ ਨਾ, ਉਹ ਫਿਰ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਦੇ। ਕਿਉਂਕਿ ਸਾਨੂੰ ਲੱਗਦਾ ਕਿ ਦੁੱਖ ਨਹੀਂ ਆਉਂਦਾ, ਦੁੱਖ ਨਾ ਆਵੇ ਤੇ ਤਾਂ ਹੀ ਔਖੀ ਘੜੀ ਨਹੀਂ ਵੇਖਣ ਦਿੰਦਾ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਦੁਨੀਆ ਦੇ ਸਾਰੇ ਦੁੱਖ ਆ ਜਾਣ, ਦੁਨੀਆ ਦੇ ਭਾਵੇਂ ਸਾਰੇ ਸੁੱਖ ਮਿਲ ਜਾਣ, ਪਰ ਜੇ ਚੇਤਨ ਦੇ ਚਰਨਾਂ ਦੇ ਵਿੱਚ ਜੁੜਿਆ ਨਾ, ਸੱਚ ਜਾਣੋ, ਫਿਰ ਸੱਚਮੁੱਚ ਸੁਖੀ ਹੈ। ਤੇ ਜੇ ਚਿੱਤ ਨਹੀਂ ਜੁੜਿਆ, ਭਾਵੇਂ ਰਾਜਗੱਦੀ ਤੇ ਬੈਠਾ ਹੋਵੇ, ਹੈ ਫਿਰ ਵੀ ਤੂੰ ਨਿਰਾ ਹੀ ਦੁੱਖ ਹੈ। ਔਰ ਉਹਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਫਿਰ ਰਾਜ ਕਹਦਾ, ਫਿਰ ਤੇ ਨਰਕ ਹੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਬਚਨ ਕਹੇ। ਜਦੋਂ ਚਮਕੌਰ ਸਾਹਿਬ ਦੀ ਉਸ ਗੜੀ ਦੇ ਵਿੱਚੋਂ ਗੁਰੂ ਸਾਹਿਬ ਜੀ ਨਿਕਲ ਕੇ ਗਏ, ਜੰਗਲਾਂ ਦੇ ਵਿੱਚ ਰੂੜਿਆਂ ਦੀ ਸੇਜ ਹੈ, ਪੈਰਾਂ 'ਚ ਕੰਡੇ ਨੇ, ਔਰ ਉੱਥੇ ਗੁਰੂ ਸਾਹਿਬ ਨੇ ਕੋਈ ਸ਼ਿਕਵਾ ਨਹੀਂ ਕੀਤਾ। ਪ੍ਰਭ ਸਿਓ ਲਾਗ ਰਹੋ ਮੇਰਾ ਚੇਤ, ਚਿੱਤ ਲੱਗਾ ਹੈ ਨਾ। ਤੇ ਸਤਿਗੁਰੂ ਕਹਿੰਦੇ ਨੇ, ਸੱਚ ਜਾਣੋ, ਉੱਥੇ ਵੀ ਕੋਈ ਔਖੀ ਘੜੀ ਨਹੀਂ, ਜਿੰਨਾ ਮਰਜ਼ੀ ਔਖਾ ਸਮਾਂ ਜਿੰਨਾ ਮਰਜ਼ੀ ਆ ਗਿਆ, ਪਰ ਉਹਨੂੰ ਵੀ ਸੁੱਖ ਕਰਕੇ ਜਾਣ ਲਿਆ। ਔਰ ਪਾਵਨ ਬਚਨ ਕਹੇ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਤਖਤ। ਅੱਜ ਨਾ ਬਾਜ ਹੈ, ਨਾ ਘੋੜਾ ਹੈ, ਨਾ ਫੌਜਾਂ ਨੇ, ਨਾ ਉਹ ਅਨੰਦਪੁਰ ਸਾਹਿਬ ਵਾਲਾ ਤਖਤ ਹੈ, ਪਰ ਕਹਿੰਦੇ ਖੁਦਾ ਵੰਦ ਬਖਸ਼ੰਦਾ ਐਸ਼ ਅਰਸ਼। ਇਹ ਰੱਬ ਜੇ ਤੇਰੀ ਮਿਹਰ ਹੈ, ਤੂੰ ਚੇਤੇ ਵਿੱਚ ਹੈ, ਤੇਰਾ ਹੱਥ ਮੇਰੇ ਸਿਰ ਤੇ ਹੈ, ਤੇ ਫਿਰ ਇਹ ਕੰਡੇ ਮੇਰਾ ਕੀ ਵਿਗੜਨਗੇ। ਔਰ ਗੁਰੂ ਸਾਹਿਬ ਨੇ ਜਦੋਂ ਜਫਰਨਾਮਾ ਲਿਖਿਆ ਨਾ, ਔਰ ਦੇਖੋ ਇਹ ਜਿਹੜੇ ਅੰਦਰ ਦੀ ਅਵਸਥਾ ਇਵੇਂ ਬਣਦੇ ਨਹੀਂ, ਬਣਦੇ ਉਦੋਂ ਜਦੋਂ ਚਿੱਤ ਲੱਗਿਆ ਹੋਵੇ। ਪ੍ਰਭ ਸਿਓ ਲਾਗ ਰਹੋ ਮੇਰਾ ਚੀਤ। ਔਰ ਸਤਿਗੁਰੂ ਜੀ ਜਫਰਨਾਮੇ ਦੇ ਵਿੱਚ ਲਿਖਦੇ ਨੇ, ਔਰੰਗਜ਼ੇਬ ਦੇਖ, ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੋਵੇ ਨਾ, ਉਹਨਾਂ ਨੂੰ ਫਿਰ ਭੇਡਾਂ ਦੀ ਚਿੰਤਾ ਨਹੀਂ ਹੁੰਦੀ, ਉਹਨਾਂ ਦੇ ਸਾਹਮਣੇ ਫਿਰ ਹਿਰਨਾਂ ਦੇ ਡਰ ਕੁਝ ਨਹੀਂ ਵਿਗਾੜ ਸਕਦੀ। ਉਹਨਾਂ ਦੇ ਸਾਹਮਣੇ ਬੱਕਰੀਆਂ ਭਾਵੇਂ ਤੂੰ 32 ਇਹ 10 ਲੱਖ ਕੀ 10 ਕਰੋੜ ਭਾਵੇਂ ਭੇਜ ਦੇ। ਉੱਥੇ ਉਦਾਹਰਨ ਦਿੱਤੀ, ਜਿਵੇਂ ਜੀਭ ਦੇ ਵਿੱਚ, ਦੰਦਾਂ ਦੇ ਵਿੱਚ ਜੀਭ ਨੂੰ ਬਚਾ ਕੇ ਰੱਖਿਆ ਨਾ, ਇਵੇਂ ਜਿਹੜਾ ਰੱਬ ਜੀ ਤੇਰੀ ਸ਼ਰਨ ਦੇ ਵਿੱਚ ਹੈ ਔਰੰਗਜ਼ੇਬ, ਤੂੰ ਇਹ ਲੱਖਾਂ ਦੀ ਗਿਣਤੀ ਛੱਡ, ਕਰੋੜਾਂ ਦੀ ਅਰਬਾਂ ਦੀ ਭੇਜ ਦੇ, ਤੇ ਸੱਚ ਜਾਣੀਏ ਭੇਡਾਂ ਬੱਕਰੀਆਂ ਕੁਝ ਨਹੀਂ ਵਿਗਾੜ ਸਕਦੀਆਂ। ਔਰ ਕੇਵਲ ਜਫਰਨਾਮਾ ਨਹੀਂ, ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ, ਕਹਿੰਦੇ ਨੇ, ਜਿਵੇਂ ਜੀਭ ਦੰਤ ਜਿਵ ਰਾਖਸੀ, ਜਿਵੇਂ ਦੰਦਾਂ ਦੇ ਵਿੱਚ ਜੀਭ ਨੂੰ, ਉਹਨੇ ਜੀਭ ਨੂੰ ਬਚਾ ਕੇ ਰੱਖਿਆ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਵਨ ਬਚਨ ਕਹੇ ਨੇ, ਕਹਿੰਦੇ, ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਣੁ ਵਿਚਾਰ। ਜਿਹਨੂੰ ਰੱਖਣ ਵਾਲਾ ਆਪ ਹੋਵੇ। ਔਰ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ, ਕਹਿੰਦੇ, ਜੈਸੇ ਕਾਤੀ 30 32 ਹੈ, 30 32 ਦੰਦਾਂ ਦੇ ਵਿੱਚ ਜਿਵੇਂ ਜੀਭ ਹੈ। ਕਹਿੰਦੇ, ਜੈਸੇ ਕਾਤੀ 30 32 ਹੈ, ਵਿੱਚ ਰਾਖੈ ਰਸਨਾ ਮਾਸ ਕਤ ਕੇਰੀ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹ ਬਚਨ ਕਹਿੰਦੇ ਨੇ, ਕਹਿੰਦੇ, ਜਿਸ ਨੂੰ ਸਾਜਨ ਰਾਖਸੇ ਦੁਸ਼ਮਣ ਕਵਣ ਵਿਚਾਰ, ਸਵੈ ਨ ਸਕੈ ਤੇ ਸ਼ਾਹ ਕੋ ਨਿਹਫਲ ਭਏ ਗੁਵਾਰ। ਇੱਥੇ ਫਿਰ ਲੱਖਾਂ ਕੀ ਭਾਵੇਂ ਕਰੋੜਾਂ ਕੇ ਘੇਰਾ ਪਾ ਲੈਣ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, 10ਵੇਂ ਪਾਤਸ਼ਾਹ ਜੀ, ਜੋ ਸਾਧੂ ਸ਼ਰਨੀ ਪਰੇ, ਜਿਹੜਾ ਗੁਰੂ ਦੇ ਸ਼ਰਨ ਵਿੱਚ ਪਿਆ ਹੋਵੇ, ਪ੍ਰਭ ਸਿਓ ਲਾਗ ਰਹੋ ਮੇਰਾ ਚੀਤ। ਕਹਿੰਦੇ, ਜੋ ਸਾਧੂ ਸ਼ਰਣੀ ਪਰੇ, ਤਿਨਕੇ ਕਵਣ ਵਿਚਾਰ, ਤੰਦ ਜੀਬ ਜਿਮ ਰਾਖਈ, ਦੁਸ਼ਟ ਅਰਿਸ਼ਟ ਸੰਗਾਰ। ਪਰ ਸਾਧੂ ਗੁਰੂ ਦੀ ਸ਼ਰਨ ਵਿੱਚ ਪਿਆ ਹੋਵੇ, ਚਿੱਤ ਲੱਗਿਆ ਹੋਵੇ। ਔਰ ਦੇਖੋ, ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਵਿੱਚ ਹੀ ਇੱਕ ਉਰਦੂ ਦੇ ਜੀਜ ਨੇ ਬੜੇ ਸੋਹਣੇ ਬੋਲ ਲਿਖੇ ਨੇ। ਔਰ ਇਹ ਦੇਖੋ, ਫਿਰ ਬੇਨਤੀ ਕਰਦੇ ਹੁੰਦੀ ਸਮਝਣ ਵਾਸਤੇ ਹੈ, ਪ੍ਰਭ ਸਿਓ ਲਾਗ ਰਹੋ ਮੇਰਾ ਚੀਤ। ਜਿਨ੍ਹਾਂ ਦਾ ਚਿੱਤ ਲੱਗਿਆ ਹੋਵੇ, ਜੁੜਿਆ ਹੋਇਆ ਸਾਧੂ ਗਲੀ 'ਚੋਂ ਜਾ ਰਿਹਾ ਹੈ,
पर चुबारे ते 1 रुपये पैसे के हंकार विच मत्ती हुई बीबी बैठी है, जिन्हें पान चबाया और साधु नूं वेख के जान बुझ के वो पान वाली थुक साधु दे उत्ते सुੱਟੀ। हुण देखो सिर दे उत्ते कुछ डिगे तो सुभाविक है कि देखदा बंदा कि एक ही पिया उत्तों की आया है, छिट्टा कह दिया ने बस उत्ते माड़ा जिहा देखिया है। और हंकार इन्ना सी कि एक पाटे कपड़ियां वाला फकीर भावें थुक भी दिता दी हिम्मत की हुई मेरे चबारे वाले वेख भी जाए। और अपने पति नूं कहंदी देख तेरी इस रुपये का इस पैसे का मैनू की लाभ कि एक फकीर जिहड़ा अख भर के उत्ते नूं वेख जे। हुण जदों हंकारिया बंदा होवे ना फिर कुछ नहीं विचारदा कि उन्हें वेख्या है, क्यों वेख्या है, की कीता, कुछ नहीं सुनिया, बस डंडा फड़िया भज्या पिछों दे जाके साधु दे जोर दे सिर दे विच मारिया। वो साधु बोलिया फिर भी कुछ नहीं, सिर ते हथ ला के देखिया तो सिर दे विचों खून सी। कुछ चक्कर आए, वो डिगन लग्या तो उस तो पहलों धरती ते बैठ गया, बोलिया कुछ नहीं। पर अंदर एक विचार जरूर सी, ये कह लिए कि शिकवा जरूर सी कि रब्बा चित्त जुड़िया होया है कि मैं इहदा की बिगाड़िया सी भाई, क्या कुछ नहीं। वो डंडा मार के वापस चले गया और जदों पौड़ी दे उत्ते चढ़िया अखीरले डंडे दे उत्ते रखिया पैर, बस परमेश्वर ने भाड़ा वरताया, डंडा टुटिया, उत्तों डिग्या थले, जेड़ा सिर से खरबूजे वांगू खिलर गया, तड़फ रहा है। और उस बीबी ने देखा कि मेरा पति ये मौत के मुँह विच जा पिया है। एकदम आई मन दे विच कि भावें कपड़े पाटे ने हो सकता है इनका चित्त रब नाल जुड़िया ही होवे। उन्हें पति नूं नहीं देखिया, भज्जी साधु दे कोल जाके पैर फड़ ले, हाथ जोड़ के कहंदे कि मैनूं खिमा कर दे। वो साधु ने बीबी नूं कित्थे देखिया सी, कहंदे बीबी तू है कौन भाई, मैं तैनूं खिमा कहदे नहीं करना है। वो बीबी दस दी कि मैं वही हाँ जिन्हें तेरे उत्ते थुकिया, मेरे पति ने तेरे सिर जाके डंडा मारिया। और साधु कहता अच्छा अच्छा वो तेरा पति सी, तू वो ही है। इन्हें कह के थोड़े जी मुस्करा पिया और नाले कहता कि बेबी देखे तो फिर मेरा झगड़े कोई नहीं, वो तेरा मालक सी, वो तेरी हिमायत करन आ गया, उन्होंने तेरा ख्याल आ गया। पर जेड़ा मेरा मालक है ख्याल तो उन्होंने भी आया होगा ना कि मेरी बंदगी करने वाले नूं बिना किसी कसूर तो कोई आके मारे। हुण वो उर्दू के जी के बोल ने उत्थे कहते मालका मालकां दी लड़ाई है कि तेरे मालक को तेरी रियायत जरूर थी, और कहते मेरे मालक को मेरी हिमायत जरूर थी। तेरा मालक आया वो सटपटा गया, पर कहते मेरे मालक को भी ख्याल आ गया। उन्होंने तो ख्याल आना ही है ना जिसका चित्त जुड़िया है। और उर्दू का अजीज उत्थे लिखता है कि तेरा मालक आया वो डंडा लगा गया। इन्नी कुछ जान सी उनके ताकत, इन्नी सी डंडा ही मार सकता सी, पर मेरा मालक आया वो लेखा चुका गया, उन्हें हिसाब का भी पूरा कर दिता। हुण सतगुरु जी कृपा करते हैं, सचमुच जिंदा चित्त लग्या है ना, भावें तो उर्दू के अजीज ने बोल लिखे ने, उन्होंने मेरा मालक कदे औखी कड़ी वेखण दिंदा ही नहीं। हाथ दे रख है अपने को आप हाथ दे के रखदा, और केवल इको बारी नहीं कहते सास सास तत्पल है। उन्होंने जिन्होंने प्रभ स्यों लाग रहे हो मेरा चीत, जिन्हों का चित्त लग्या है तो जिन्हों का चित्त लग्या है गुरु साहब जी कृपा करते हैं। आद अंत प्रभ सदा सहाय, धन हमारा मीत। धन गुरु अर्जन देव जी कहते हैं वो परमेश्वर साडा मित्र और धन मित्र है। ऐसा मित्र कि साडे आद तो लैके अंत तक साडा मददगार हुंदा है। आद अंत प्रभ सदा सहाय।
और देखो इत्थे शब्द गुरु साहब जी ने आद ते अंत वरत्या है, शुरू विच ते अंत विच, मध शब्द नहीं वरत्या विचकार जी, क्योंकि बंदा इत्थे आके किते ना किते अपनी ताकत का प्रगटावा करता कि मेरे विच जान बड़ी है, हौमे विच फसदा है। आद किहड़ा है जी? जिदन एक पानी की बूंद माता के गर्भ विच टिकी, साडा आद है, उदों तो रख रखता है। और सतगुर जी कृपा करते हैं उतों लैके अंत तक, अंत समा भी ऐसा है कि जदों अपनी ताकत अपनी सूझबूझ सारी जवाब दे जाती है। और हकीकत है कि जिहड़ा जिउंदियां जिस तरह मर्जी अपनी सूझबूझ अपनी ताकत हुंदियां होइयां सारा कुछ गुरु नूं समर्पित कर दे, फिर चित्त लगता, फिर वो औखी घड़ी कदे नहीं देखने दिंदा। गुरु साहब ने फिर कृपा की, आद अंत प्रभ सदा सहाय, धन हमारा मीत रहाओ, मन बिलास भय, साहिब के अचरज देख बड़ाई। इत्थे प्रोफैसर साहब सिंह ने जो अर्थ किए ने उनके मुताबिक विश्राम इत्थे है, मन बिलास भई। मन दे विच बड़ा आनंद बड़ा उल्लास आया जी, बड़ा खेड़ा आया। कदों? कहते साहिब के अचरज देख बड़ाई, जदों अपने साहिब दियां हैरान करने वालियां वडियाइयां नूं सुनिया वेखिया जानिया। ये प्रोफैसर साहब सिंह ने अर्थ किए ने, पर आम तौर पर पाठ पढ़िया जाता है कि मन बिलास भय साहिब के, इत्थे विश्राम लाया जाता है। और इत्थे बेनती करदे, गलत नहीं कहना चाहिए, गलत नहीं, पर सानू थोड़ा जिथे भी पता होवे जे इत्थे रुकना तो फिर इस तो पहलू एक विश्राम सानू होर लाउणा पएगा। मन बिलास, इत्थे छोटा जिहा विश्राम लाओ। मन विच बड़ा बिलास आया जी, कदों? भय साहिब के, जदों असी अपने मालक दे हो गए, साहिब दे बन गए, जदों बन गए अचरज देख वडाई, वडियाइयां तो फिर ही वेखांगे ना जी। हुण इत्थे पाठ करने वाले वीर भैण जरूर ध्यान देण कि विश्राम जां ते इत्थे लाउणा मन बिलास भय साहिब के अचरज देख वडाई। ते जे इत्थे औखा लगता है फिर इस तो पहलों विश्राम छोटा जरूर लाइए, मन बिलास भय साहिब के। ये भय शब्द थोड़ा सा भारा करके पढ़ लिए कि जदों असी मालक दे होगे, उनदियां वडियाइयां वेखियां अचरज हैरान करने वालियां, मन दे विच बड़ा उल्लास आया। हर सिमर सिमर आनंद कर नानक, प्रभ पूरन पैज रखाई। हुण सतगुरु जी कृपा करते हैं अखीर ते, भाई उन्होंने हरि नूं परमेश्वर नूं सिमर के आनंद कर। एक शब्द आप कई वार वरत देने ना कि आप किसी नूं कुछ दईए उनका काम पूरा हो जाए। और खास करके जेडे हम उम्र होंदे ने, यार मित्र होंदे ने, वो शब्द वरत देंदे ने कि लै पिया लै जा मौजा मान आनंद कर। और सतगुरु जी सानू आप कृपा करके समझा रहे हैं, वो साडा परमेश्वर ते साडा सब तो प्यारा मित्र है। उस मित्र नूं हुण गुरु साहब जी कृपा करते हैं, तू चेते किया तो मित्र ने कहा भी लै आनंद कर। हुण आनंद किवें? कहते हर सिमर सिमर आनंद कर। तो ये आनंद वो नहीं, देखो इंद्रियां का भी आनंद है अपना। ये इंद्रियां का आनंद किते 1 मिनट का, 2 मिनट का, 10 मिनट का होगा। शरीर का आनंद कुछ रुपये पैसे का भी एक अपना ही आनंद है, ये कुछ सालों का हो सकता है। और सतगुरु जी कृपा करते हैं, ये आनंद असल में अंदर आत्मा का सदैवी आनंद है। उन्होंने सिमर ते आनंद कर, आनंद मान। हर सिमर सिमर आनंद कर नानक, प्रभु पूरन पैज रखाई। धन गुरु अर्जन देव सच्चे पातशाह कहते भाई आनंद कर।
क्योंकि उस परमेश्वर ने साडी पूर्ण तौर ते पैज रख ली। ते जिंदे अंदर सिमरन है, जिंदे अंदर उनका चेते है, उन्होंने औखी घड़ी फिर कदे देखण नहीं दिंदा। सतगुरु जी कृपा करन, वो गुरु का नाम, उस परमेश्वर का नाम साडी सुरत विच वसे। और ये पावन वचन जिहड़ा है ये तां ही लागू होएगा जदों प्रभ स्यों ना करे हो मेरा जीत। क्योंकि शब्द आप शुरू करने औखी घड़ी ना देखण दे, पर धन गुरु अर्जन देव जी कहते हैं उदों जदों चित्त जुड़िया होवे। सतगुरु जी कृपा करन कि ये जुड़न का सानू वल गुरु साहब जी तो अजे तरीका अजे जुड़ जाइए, उइयां भुल्लां दी खिमा। आओ 1-2 मिनट होर रसना दे नाल हाजिरी लवाइए, फिर समाप्ति है जी। वाहे गुरु वाहे गुरु